ਹੈਲੋ ਦੋਸਤੋ, ਵੈਲਕਮ ਔਨ ਆਵਰ ਚੈਨਲ ਪ੍ਰੀਤ ਐਜੂਕੇਸ਼ਨ। ਆਪਣੀ ਕਲਾਸ ਅੱਜ ਤੀਸਰੀ ਆ ਇਹ ਵਾਲੀ। ਦਿਸ ਇਜ਼ ਆਵਰ ਥਰਡ ਕਲਾਸ ਆਫ ਮਾਡਰਨ ਹਿਸਟਰੀ। ਇਹਦੇ 'ਚੋਂ ਆਪਾਂ ਅੱਜ ਐਡਵੈਂਟ ਆਫ ਯੂਰੋਪੀਅਨਸ ਇਹਦੇ ਬਾਰੇ ਗੱਲ ਕਰਨੀ ਆ। ਤਾਂ ਇਹ ਤੋਂ ਪਹਿਲਾਂ ਦੋ ਕਲਾਸਿਸ ਨੇ ਆਲਰੇਡੀ ਇਹਦੇ 'ਤੇ ਹੋ ਚੁੱਕੀਆਂ ਨੇ। ਤਾਂ ਬੱਚੇ ਦੇਖੋ, ਥੰਬਨੇਲ ਤੁਸੀਂ ਦੇਖ ਲਿਆ ਹੋਊਗਾ ਵੀ ਆਪਾਂ ਯੂਰਪੀ ਲੋਕਾਂ ਦਾ ਭਾਰਤ ਦੇ ਵਿੱਚ ਆਗਮਨ ਇਹਨੂੰ ਡਿਸਕਸ ਕਰ ਰਹੇ ਹਾਂ ਤੁਹਾਡੇ ਨਾਲ। ਇਸ ਤੋਂ ਪਹਿਲਾਂ ਆਪਣੇ ਪੁਰਤਗਾਲੀ ਨੇ ਜਿਹੜੇ, ਉਹ ਆਪਾਂ ਟੋਟਲੀ ਖਤਮ ਕਰ ਚੁੱਕੇ ਹਾਂ। ਉਹਨਾਂ ਨੇ ਕਿੱਥੇ ਫੈਕਟਰੀਆਂ ਲਾਈਆਂ, ਕੀ ਉਹਨਾਂ ਦੀ ਗੱਲਬਾਤ ਸੀ। ਈਵਨ ਤੁਸੀਂ PPSC UPSC SSC ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਰਹਿਣ ਵਾਲੀ ਆ। ਤਾਂ ਜਿਹੜੇ ਚੈਨਲ ਦੇ ਉੱਤੇ ਨਵੇਂ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ। ਅੱਜ ਆਪਣਾ ਟੌਪਿਕ ਆ ਜਿਹੜਾ ਅੱਜ ਆਪਾਂ ਕਰਾਂਗੇ, ਡਚਸ ਦਾ ਭਾਰਤ ਦੇ ਵਿੱਚ ਆਗਮਨ ਜਾਂ ਫਿਰ ਐਡਵੈਂਟ ਇਹਨਾਂ ਦਾ, ਉਹਦੀ ਆਪਾਂ ਗੱਲ ਕਰਨੀ ਆ। ਦੇਖੋ, ਇਹ ਤੋਂ ਪਹਿਲਾਂ ਆਹ ਸਭ ਮੈਂ ਤੁਹਾਨੂੰ ਪਹਿਲਾਂ ਆਲਰੇਡੀ ਆਪਾਂ ਕਰ ਚੁੱਕੇ ਹਾਂ। ਤਾਂ ਅੱਜ ਆਪਾਂ ਕਰਨਾ ਡਚਸ ਤੋਂ ਲੈ ਕੇ, ਚਲੋ ਦੇਖੋ ਪਹਿਲਾਂ ਆਪਣੇ ਕੋਲ ਆਉਂਦਾ ਵੀ ਡੱਚ ਹੈ ਕੌਣ ਨੇ। ਠੀਕ ਆ, ਤਾਂ ਇਹ ਤਾਂ ਤੁਹਾਨੂੰ ਸਭ ਨੂੰ ਪਤਾ ਵੀ ਡੱਚ ਨੇ ਜਿਹੜੇ, ਇਹ ਵੀ ਯੂਰਪ ਕੰਟਰੀ ਹੈ ਇੱਕ। ਠੀਕ ਆ, ਜਿਹੜੇ ਡੱਚ ਲੋਕ ਨੇ ਉਹ ਯੂਰਪ ਦੇ ਨੇ। ਤਾਂ ਇਹਦੇ 'ਚ ਪਹਿਲਾਂ ਹੀ ਆਉਂਦਾ ਵੀ ਹੂ ਨੋਨ ਐਜ਼ ਡੱਚ। ਤਾਂ ਡੱਚ ਅਸੀਂ ਕਿਹਨਾਂ ਨੂੰ ਜਾਣਦੇ ਹਾਂ? ਤਾਂ ਦੇਖੋ, ਦ ਪੀਪਲ ਆਫ ਹਾਲੈਂਡ, ਮਤਲਬ ਅੱਜ ਨੀਦਰਲੈਂਡ, ਉਦੋਂ ਹਾਲੈਂਡ ਸੀਗਾ। ਤਾਂ ਉਹਨਾਂ ਨੂੰ ਕਿਹਾ ਜਾਂਦਾ ਡੱਚ। ਤਾਂ ਤੁਹਾਨੂੰ ਆਹ ਪੁਆਇੰਟ ਤਾਂ ਬੜਾ ਕਲੀਅਰ ਹੋ ਗਿਆ ਵੀ ਕਿਹਨਾਂ ਨੂੰ ਕਹਿੰਦੇ ਆ, ਜਿਹੜੇ ਹਾਲੈਂਡ ਜਾਂ ਫਿਰ ਨੀਦਰਲੈਂਡ ਦੇ ਨਿਵਾਸੀ ਨੇ। ਜਿਵੇਂ ਭਾਰਤੀ ਲੋਕਾਂ ਨੂੰ ਆਪਾਂ, ਇੰਡੀਆ ਦੇ ਲੋਕਾਂ ਨੂੰ ਇੰਡੀਅਨਸ ਕਹਿੰਦੇ ਆ, ਤਾਂ ਉਵੇਂ ਇੱਥੋਂ ਦੇ ਲੋਕਾਂ ਨੂੰ ਕੀ ਕਹਿੰਦੇ ਆ, ਇਹ ਡੱਚ ਕਹਿੰਦੇ ਆ। ਤਾਂ ਬਾਕੀ ਇੱਥੇ ਇਹਦੇ ਪਹਿਲਾਂ ਬੇਸਿਕ ਫੈਕਟ ਨੇ, ਤੁਸੀਂ ਇਹ ਦੇਖ ਲਓ ਜਿੰਨੇ ਕੁ ਤੁਹਾਨੂੰ PPT ਦੇ ਵਿੱਚ ਹੈਗੇ ਨੇ। 1602 ਦੇ ਵਿੱਚ ਯੂਨਾਈਟਿਡ ਈਸਟ ਇੰਡੀਆ ਕੰਪਨੀ ਆਫ ਦਾ ਨੀਦਰਲੈਂਡ ਵਾਜ਼ ਫਾਰਮਡ। 1602 ਦੇ ਵਿੱਚ ਇਹਨਾਂ ਦੀ ਕੰਪਨੀ ਬਣਦੀ ਆ। ਐਂਡ ਗਿਵਨ ਪਰਮਿਸ਼ਨ ਬਾਏ ਦਾ ਡੱਚ ਗਵਰਨਮੈਂਟ, ਉੱਥੋਂ ਦੀ ਗਵਰਨਮੈਂਟ ਕਹਿ ਲਓ, ਉੱਥੋਂ ਦੀ ਸੰਸਦ ਜਾਂ ਫਿਰ ਪਾਰਲੀਮੈਂਟ ਕਹਿ ਲਓ, ਉਹਨਾਂ ਨੇ ਇਹਨਾਂ ਨੂੰ ਟਰੇਡ ਦੇ ਲਈ, ਈਸਟ ਇੰਡੀਜ਼ ਦੇ ਨਾਲ ਟਰੇਡ ਕਰਨ ਦੇ ਲਈ, ਭਾਵ ਇੰਡੀਆ ਦੇ ਨਾਲ ਜਾਂ ਫਿਰ ਏਸ਼ੀਆ ਦੀਆਂ ਜਿਹੜੀਆਂ ਕੰਟਰੀਜ਼ ਸੀ ਉਹਨਾਂ ਦੇ ਨਾਲ ਟਰੇਡ ਕਰਨ ਦੇ ਲਈ ਇਹਨਾਂ ਨੂੰ ਪਰਮਿਸ਼ਨ ਦਿੱਤੀ। ਓਕੇ, ਤਾਂ ਹੁਣ ਤੁਹਾਨੂੰ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਵੀ ਪੁਰਤਗਾਲੀ ਅਤੇ ਜੇ ਆਪਾਂ ਇੰਗਲਿਸ਼ ਦੇ ਮੁਕਾਬਲੇ ਦੇਖੀਏ ਤਾਂ ਇਹਨਾਂ ਦਾ ਜਿਹੜਾ ਸਮਾਂ ਸੀ, ਇਹਨਾਂ ਨੇ ਬਹੁਤ ਘੱਟ ਸਮਾਂ ਆਪਣੇ 'ਤੇ ਰਾਜ ਕੀਤਾ। ਤਾਂ ਹੁਣ ਆਪਾਂ ਇਸ ਤੋਂ ਬਾਅਦ ਸਾਰੀ ਗੱਲਬਾਤ ਇਹਦੇ 'ਚ ਕਰਨੀ ਆ, ਤਾਂ ਵੀ ਕੀ ਗੱਲਬਾਤ ਸੀ, ਕਿੱਥੇ ਕੀ ਸੀ। ਤਾਂ ਹੁਣ ਦੇਖੋ, ਜਿਹੜੀ ਡੱਚ ਪਾਰਲੀਮੈਂਟ ਸੀ ਉਹਨਾਂ ਨੇ ਇਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਪਰਮਿਸ਼ਨ ਦਿੱਤੀ ਸੀ ਉਹ ਦਿੱਤੀ ਸੀ 21 ਸਾਲ ਦੇ ਲਈ। ਦੇਖੋ, ਸਟੇਟਮੈਂਟ ਵਾਲੇ ਕੁਐਸਚਨ ਬਣ ਸਕਦੇ ਆ, ਤਾਂ ਉਹਦੇ ਲਈ ਬੱਚੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹਨਾਂ ਨੂੰ ਪਰਮਿਸ਼ਨ ਮਿਲੀ ਸੀ 21 ਸਾਲ ਦੀ। ਓਕੇ, ਤਾਂ ਇਹਨਾਂ ਦੀ ਪਾਰਲੀਮੈਂਟ ਦਾ ਨਾਮ ਸੀਗਾ ਡੱਚ ਸਟੇਟਸ ਜਨਰਲ। ਤਾਂ ਇਹਦਾ ਵੀ ਇੱਕ ਵਾਰੀ ਤੁਸੀਂ ਧਿਆਨ ਦੇ ਵਿੱਚ ਕੱਢ ਲਿਆ, ਤੁਸੀਂ ਇਹਨੂੰ ਹੁਣ ਕਦੇ ਭੁੱਲੋਗੇ ਨਹੀਂ। ਵੈਸੇ ਡੱਚ ਸਟੇਟਸ ਜਨਰਲ ਉੱਥੋਂ ਦੀ ਪਾਰਲੀਮੈਂਟ ਦਾ ਨੇਮ ਆ। 21 ਸਾਲ ਦੇ ਲਈ ਇਹਨਾਂ ਨੂੰ ਉਹਨਾਂ ਨੇ ਪਰਮਿਸ਼ਨ ਦਿੱਤੀ ਆ। ਤਾਂ ਪਰਮਿਸ਼ਨ ਦੇ ਵਿੱਚ ਵੀ ਇਹਨਾਂ ਦੇ ਥੋੜ੍ਹਾ ਜਿਹਾ ਕੰਮ ਵੱਖਰਾ ਸੀ। ਤਾਂ ਕਹਿੰਦੇ ਤੁਸੀਂ ਯੁੱਧ ਵੀ ਕਰ ਸਕਦੇ ਹੋ, ਠੀਕ ਆ, ਤਾਂ ਕੋਈ ਟਰੀਟੀ ਕਰਨੀ ਉਹ ਵੀ ਕਰ ਸਕਦੇ ਹੋ, ਕਿਸੇ ਚੀਜ਼ ਨੂੰ ਅਕਵਾਇਰ ਕਰਨਾ ਤੁਸੀਂ ਉਹ ਵੀ ਕਰ ਸਕਦੇ ਹੋ। ਤਾਂ ਇਹ ਸਾਰੀਆਂ ਚੀਜ਼ਾਂ ਦੀ ਫਰੀਡਮ ਇਹਨਾਂ ਨੂੰ ਉੱਥੋਂ ਦੀ ਪਾਰਲੀਮੈਂਟ ਨੇ ਦੇ ਕੇ ਤੋਰਿਆ। ਔਰ ਕੰਪਨੀ ਨੂੰ ਚਲਾਉਣ ਵਾਲਾ, ਇਹ ਕੰਪਨੀ ਜਿਹੜੀ ਇਹਨਾਂ ਦੀ ਸੀ ਡੱਚ ਦੀ, ਇਹਨੂੰ ਚਲਾਉਣ ਵਾਲਾ ਇੱਕ ਕੀ ਸੀਗਾ, ਇੱਕ ਬੋਰਡ ਸੀਗਾ। ਅਤੇ ਉਹ ਬੋਰਡ ਸੀਗਾ 17 ਮੈਂਬਰਾਂ ਦਾ। ਕਿੰਨੇ ਮੈਂਬਰ ਸੀ? ਇਹਨਾਂ ਦਾ ਹੀ ਇਹਦੇ ਵਿੱਚ ਹਿੱਸਾ ਸੀਗਾ। 17 ਮੈਂਬਰਾਂ ਇੱਕ ਬੋਰਡ ਸੀ ਔਰ ਉਹਦਾ ਹਿੱਸਾ ਕੰਪਨੀ ਦੇ ਵਿੱਚ ਸੀ। ਔਰ ਜਦੋਂ ਆਪਾਂ ਦੇਖੀਏ ਵੀ ਸ਼ੁਰੂ ਦੇ ਵਿੱਚ ਇਹਦੀ ਜਿਹੜੀ ਕੰਪਨੀ ਦੀ ਇਨਵੈਸਟਮੈਂਟ ਸੀਗੀ ਉਹ ਸੀਗੀ 65 ਲੱਖ, ਜਾਣੀ ਕਿ 65 ਲੱਖ। ਹੁਣ ਇਹ ਰੁਪੀਜ਼ ਨਹੀਂ ਹੈਗਾ, USD ਡਾਲਰ ਨਹੀਂ ਹੈਗਾ, ਇਹ ਹੈਗੇ ਨੇ ਗਿਲਡਰ। ਓਕੇ, ਔਰ ਇਹ ਇੱਕ ਜੁਆਇੰਟ ਸਟੋਕ ਹੋਲਡਰ ਕੰਪਨੀ ਸੀਗੀ। ਇੰਨਾ ਤੁਸੀਂ ਇਹਦੇ ਬਾਰੇ ਧਿਆਨ ਰੱਖਣਾ, ਬਾਕੀ ਮੈਂ ਤੁਹਾਨੂੰ ਹੁਣ ਅੱਗੇ ਸਾਰਾ ਕਰਵਾਊਂਗਾ। ਤਾਂ ਬੱਚੇ ਆਹ ਸੀਗਾ ਉੱਥੋਂ ਦੀ ਫੈਕਟਰੀ ਦੇ ਬਾਰੇ ਜਿਹੜੀ ਉਹਨਾਂ ਨੇ ਕੀਤੀ ਆ, ਔਰ ਉਹਨਾਂ ਨੂੰ ਪਰਮਿਸ਼ਨ ਦਿੱਤੀ। ਕਿੰਨੇ ਤੋਂ ਇਹਨਾਂ ਨੇ ਸ਼ੁਰੂ ਕੀਤੀ ਆ, ਕਿੰਨੇ ਮੈਂਬਰਾਂ ਦਾ ਬੋਰਡ ਇਹਨੂੰ ਚਲਾਉਂਦਾ, ਕਿੰਨੇ ਸਾਲ ਦੇ ਲਈ ਪਰਮਿਸ਼ਨ ਮਿਲੀ ਆ। ਤਾਂ ਆਹ ਪੁਆਇੰਟ ਤੁਹਾਨੂੰ ਕਲੀਅਰ ਹੋਣਗੇ ਬੱਚੇ। ਦੇਖੋ, ਨਾਲ ਦੀ ਨਾਲ ਤੁਸੀਂ ਨੋਟ ਕਰਦੇ ਜਾਣੇ ਆ ਪੁਆਇੰਟ। ਤਾਂ ਇਸ ਤੋਂ ਬਾਅਦ ਫੈਕਟ ਮੋਟੇ ਫਸਟ ਫੈਕਟਰੀ ਇਹਨਾਂ ਨੇ ਕਿੱਥੇ ਲਾਈ ਆ? ਮੋਸਲੀਪਟਨਮ ਦੇ ਵਿੱਚ ਲਾਈ ਸੀ। ਔਰ ਇਹ ਕਿੱਥੇ ਆ ਜਗ੍ਹਾ? ਆਂਧਰਾ ਪ੍ਰਦੇਸ਼ ਦੇ ਵਿੱਚ ਆ, 1605 ਦੇ ਵਿੱਚ। ਬਾਕੀ ਇਹਨਾਂ ਨੇ ਸਿਲੋਨ ਕਬਜ਼ਾ ਕਰ ਲਿਆ ਸੀਗਾ 1657 ਦੇ ਵਿੱਚ, ਔਰ ਇਹ ਸ਼੍ਰੀਲੰਕਾ ਨੂੰ ਕਹਿੰਦੇ ਆ। ਪੁਰਤਗੀਜ਼ ਫੋਰਟ ਔਨ ਦਾ ਮਾਲਾਬਾਰ ਕੋਸਟ, ਅਤੇ ਉੱਧਰੋਂ ਹੀ ਇਸ ਤੋਂ ਬਾਅਦ ਇਹਨਾਂ ਨੇ ਫਿਰ ਇਹ ਵੀ ਜਿੱਤਣੇ ਸਟਾਰਟ ਕਰਤੇ ਸੀਗੇ ਪੂਰੀ ਮਾਲਾਬਾਰ ਦੇ ਉੱਪਰ। ਇਸ ਤੋਂ ਬਾਅਦ ਦੇਖੋ ਇਹਨਾਂ ਨੂੰ ਹਿਊਜ ਪ੍ਰੋਫਿਟ ਹੋਇਆ। ਬਿਜ਼ਨਸ ਮੋਨੋਪੋਲਾਈਜ਼ਿੰਗ ਇਨ ਦਾ ਬਲੈਕ ਪੇਪਰ ਐਂਡ ਸਪਾਈਸਿਸ, ਤਾਂ ਮਸਾਲੇ ਤੇ ਇਹਨਾਂ ਦੇ ਉੱਤੇ ਆਪਦਾ ਮਤਲਬ ਕਿ ਕੀ ਕਰ ਲਿਆ ਇਹਨਾਂ ਨੇ, ਮੋਨੋਪੋਲੀ ਕਰ ਲਈ। ਹੁਣ ਦੇਖੋ, ਡੱਚ ਦੇ ਆਉਣ ਦਾ ਇੱਥੇ ਸਭ ਤੋਂ ਵੱਡਾ ਮੇਨ ਕਾਰਨ ਇਹ ਸੀਗਾ ਕਿਉਂਕਿ ਇਹ ਇੱਥੇ ਆਪਦਾ ਇੰਪਾਇਰ ਆ ਜਿਹੜਾ ਉਹ ਸ਼ੁਰੂ ਨਹੀਂ ਕਰਨਾ ਚਾਹੁੰਦੇ ਸੀ। ਇਹ ਬਸ ਸਿਰਫ ਟਰੇਡ ਤੇ ਮੋਨੋਪੋਲੀ ਚਾਹੁੰਦੇ ਸੀ ਆਪਦੀ, ਨਾ ਕਿ ਇਹ ਆਪਣੇ 'ਤੇ ਇੱਥੇ ਆਪਦਾ ਰਾਜ ਆ ਜਿਹੜਾ ਉਹ ਸਥਾਪਿਤ ਕਰਨਾ ਚਾਹੁੰਦੇ ਸੀ। ਤਾਂ ਹੁਣ ਆਪਾਂ ਦੇਖਦੇ ਹਾਂ ਵੀ ਇਹਨਾਂ ਦਾ ਇੱਥੇ ਕਿਵੇਂ ਕਿਵੇਂ ਆਗਮਨ ਹੁੰਦਾ। ਆਪਾਂ ਪਹਿਲਾਂ ਹੀ ਗੱਲ ਕਰੀ ਵੀ ਇਹਨਾਂ ਦਾ ਸਭ ਤੋਂ
ਸ਼ੋਰਟੈਸਟ ਪ੍ਰੈਜ਼ੈਂਸ ਰਹੀ ਆ ਇੰਡੀਆ ਦੇ ਵਿੱਚ ਜੇ ਆਪਾਂ ਦੇਖੀਏ ਤੁਲਨਾ ਕਰਕੇ ਪੁਰਤਗਾਲੀਆਂ ਦੇ ਨਾਲ ਜਾਂ ਫਿਰ ਇੰਗਲਿਸ਼ ਜਾਣੀ ਕਿ ਬ੍ਰਿਟਸ ਲੋਕਾਂ ਦੇ ਨਾਲ ਜਿਹੜੇ ਕਿ ਬ੍ਰਿਟੇਨ ਤੋਂ ਆਏ ਸੀ। ਤਾਂ ਫਸਟ ਫੈਕਟਰੀ ਇਹਨਾਂ ਦੀ ਕਿੱਥੇ ਲੱਗੀ ਸੀ? ਮੋਸਲੀਪਟਨਮ 1605 ਔਰ ਇਹ ਕਿੱਥੇ ਆ? ਆਂਧਰਾ ਪ੍ਰਦੇਸ਼ ਦੇ ਵਿੱਚ ਆ। ਤਾਂ ਇਹਨਾਂ ਨੇ ਸ੍ਰੀਲੰਕਾ ਜਾਂ ਫਿਰ ਸਿਲੋਨ ਸੀਗਾ ਜਿਹੜਾ ਉਹ ਪੁਰਤਗਾਲੀਆਂ ਤੋਂ 1657 ਦੇ ਵਿੱਚ ਉਹ ਜਿੱਤ ਲਿਆ। ਮੋਰ ਇਨਵੈਸਟਡ ਇਨ ਸਟਰੈਂਥਿੰਗ ਦੇਅਰ ਪ੍ਰੈਜ਼ੈਂਸ ਫਰਦਰ ਈਸਟ ਇਨ ਇੰਡੋਨੇਸ਼ੀਆ। ਤਾਂ ਇੰਡੋਨੇਸ਼ੀਆ ਦੇ ਵਿੱਚ ਇਹਨਾਂ ਨੇ ਪਹਿਲਾਂ ਆ ਕੇ ਆਪਦੀ ਐਂਟਰੀ ਕੀਤੀ ਸੀ ਔਰ ਉੱਧਰ ਇਹ ਜ਼ਿਆਦਾ ਪ੍ਰੈਜ਼ੈਂਸ ਅਤੇ ਸਟਰੈਂਥ ਵਧਾਉਂਦੇ ਸੀਗੇ। ਕਿਉਂਕਿ ਉੱਥੋਂ ਇਹਨਾਂ ਨੂੰ ਮਸਾਲਿਆਂ ਦੀ ਹੋੜ ਸੀਗੀ, ਕਿਉਂਕਿ ਇਹ ਆਈ ਤਾਂ ਸੀ। ਹੁਣ ਦੇਖੋ ਵੀ ਜਦੋਂ ਪਹਿਲਾਂ ਆਪਾਂ ਦੇਖਿਆ ਵੀ ਪਹਿਲਾਂ ਪੁਰਤਗਾਲੀ ਆਏ ਤਾਂ ਫਿਰ ਪੁਰਤਗਾਲੀਆਂ ਤੋਂ ਬਾਅਦ ਡੱਚ ਕਿਵੇਂ ਆਏ? ਤਾਂ ਇਹਦੇ ਬਾਰੇ ਵੀ ਇੱਕ ਫੈਕਟ ਆ, ਇਹਨੂੰ ਤੁਸੀਂ ਸਮਝਿਓ ਧਿਆਨ ਦੇ ਨਾਲ। ਦੇਖੋ ਸਪੇਨ ਦੇ ਪਹਿਲਾਂ ਇਹ ਕੰਟਰੋਲ ਦੇ ਵਿੱਚ ਸੀਗਾ ਸਪੇਨ ਦੇ, ਕਿਉਂਕਿ ਸਪੇਨ ਅਤੇ ਪੁਰਤਗਾਲ ਵੱਡੀਆਂ ਪਾਵਰਾਂ ਸੀਗੀਆਂ ਉਹ ਟਾਈਮ 'ਤੇ। ਤਾਂ ਇਹ ਸਪੇਨ ਤੋਂ ਫਰੀ ਹੋਇਆ ਸੀ 1581 ਦੇ ਵਿੱਚ। ਓਕੇ, ਜਦੋਂ 1581 ਦੇ ਵਿੱਚ ਨੀਦਰਲੈਂਡ ਫਰੀ ਹੋ ਗਿਆ ਸਪੇਨ ਦੇ ਕੋਲੋਂ ਤਾਂ ਸਪੇਨ ਨੇ ਆਪਦੇ ਪੋਰਟ ਸੀ ਜਿਹੜੇ ਉਹ ਸਾਰੇ ਇਹਦੇ ਲਈ ਬੰਦ ਕਰਤੇ। ਓਕੇ, ਤਾਂ ਫਿਰ ਇਹਦਾ ਈਸਟ ਦੇ ਨਾਲ ਸਾਰਾ ਜਿਹੜਾ ਉਹ ਕਰਨਾ ਸੀਗਾ ਟੁੱਟ ਗਿਆ, ਕਿਉਂਕਿ ਲਿੰਕ ਸਪੇਨ ਦੇ ਕੋਲੋਂ ਹੀ ਆਉਣਾ ਪੈਂਦਾ। ਜਦੋਂ ਆਪਾਂ ਇੱਧਰਲਾ ਯੂਰਪ ਦਾ ਮੈਪ ਦੇਖਦੇ ਹਾਂ ਤਾਂ ਇੱਥੋਂ ਐਸ ਲੋਡ ਐਂ ਜੇ ਕਰਕੇ ਬਣਦਾ ਨਾ, ਆਹ ਇੱਥੇ ਨੀਚੇ ਅਫਰੀਕਾ ਗਾ, ਇੱਥੇ ਯੂਰਪ ਆ, ਇੱਥੋਂ ਇਹਦੇ ਵਿੱਚ ਦੀ ਆ ਕੇ ਫਿਰ ਇੱਥੋਂ ਦੀ ਸੁਐਜ਼ ਕਨਾਲ। ਤਾਂ ਐਵੇਂ ਇਹ ਚੀਜ਼ ਸੀਗੀ। ਤਾਂ ਇਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਨੇ ਆਪਦੇ ਸਪੇਨ ਨੇ ਪੋਰਟ ਕੀ ਕਰਤੇ ਇਹਦੇ ਲਈ? ਸਪੇਨ ਨੇ ਸਾਰੇ ਪੋਰਟ ਬੰਦ ਕਰਤੇ। ਜਦ ਸਪੇਨ ਨੇ ਬੰਦ ਕਰਤੇ ਇਹਨੂੰ ਨਵਾਂ ਰਾਹ ਲੱਭਣਾ ਪੈ ਗਿਆ ਇੱਧਰਲੇ ਟਰੇਡ ਕਰਨ ਦੇ ਲਈ ਨਵਾਂ। ਫਿਰ ਇਹਨੇ ਕੀ ਕੀਤਾ? ਫਿਰ ਇਹਨੇ ਟਰਾਈ ਕੀਤਾ ਵੀ ਰਸ਼ੀਆ ਦੇ ਵਿੱਚੋਂ ਹੋ ਕੇ ਕਿਉਂ ਨਾ ਅੱਗੇ ਜਾਇਆ ਜਾਵੇ, ਪਰ ਉਧਰ ਦੀ ਵੀ ਇਹਨੂੰ ਸਕਸੈਸ ਪੂਰੀ ਨਹੀਂ ਮਿਲ ਸਕੀ। ਤਾਂ ਫਿਰ ਇਹਨੂੰ ਇੱਕ ਰੂਟ ਸੀਗਾ ਜਿਹੜਾ ਲੱਭਣਾ ਪੈ ਗਿਆ। ਤਾਂ ਹੁਣ ਰੂਟ ਵੀ ਇਹਨੇ ਲੱਭਿਆ ਕਿਵੇਂ? ਇੱਕ ਬੰਦਾ ਸੀਗਾ ਜਿਹਨੇ ਵੈਸੇ ਤਾਂ ਉਹ ਇੱਥੋਂ ਲੈ ਗਿਆ ਸੀ, ਇਹਨਾਂ ਦੇ ਇੱਕ ਸੈਕਰੇਟਰੀ ਸੀਗਾ ਆਈ ਥਿੰਕ। ਤਾਂ ਉਹਨੇ ਇਹਨਾਂ ਦੇ ਜਿਹੜੀ ਆ ਬੁੱਕ ਛਾਪੀ ਸੀ ਇਹਨਾਂ ਨੇ ਮੈਪ ਦੇ ਉੱਪਰ ਆਪਣਾ ਰੂਟ ਦਾ, ਤਾਂ ਉਹ ਉੱਥੇ ਜਾ ਕੇ ਰਿਵੀਲ ਹੋ ਗਈ ਸੀ। ਤਾਂ ਉਹਦੇ ਕਰਕੇ ਇਹਨਾਂ ਨੂੰ ਵੀ ਰਸਤਾ ਲੱਭਣ ਦੇ ਵਿੱਚ ਆਸਾਨੀ ਹੋ ਗਈ ਸੀਗੀ ਇਸ ਤੋਂ ਬਾਅਦ ਵਿੱਚ। ਓਕੇ, ਤਾਂ ਇਹ ਮਤਲਬ ਕਿ ਪੁਰਤਗਾਲੀਆਂ ਤੋਂ ਤਕਰੀਬਨ 100 ਸਾਲ ਬਾਅਦ ਦੇ ਵਿੱਚ ਆਏ ਸੀਗੇ ਡੱਚ ਇੱਥੇ। ਤਾਂ ਇੰਨੇ ਕੁ ਪੁਆਇੰਟ ਤੁਸੀਂ ਪਹਿਲਾਂ ਇਹਨੂੰ ਧਿਆਨ ਦੇ ਵਿੱਚ ਰੱਖਣੇ ਆ। ਤਾਂ ਇਹ ਵੀ ਤੁਹਾਨੂੰ ਕਲੀਅਰ ਹੋ ਗਿਆ। ਅੱਗੇ ਦੇਖੋ ਹੁਣ ਮੇਜਰ ਕਿਹੜੀਆਂ ਕਮੋਡਿਟੀ ਸੀ ਜਿਨ੍ਹਾਂ ਦਾ ਇਹ ਟਰੇਡ ਕਰਦੇ ਸੀਗੇ? ਕਾਟਨ, ਇੰਡੀਗੋ, ਸਿਲਕ, ਰਾਈਸ ਐਂਡ ਓਪੀਅਮ ਜਾਣੀ ਕਿ ਅਫੀਮ। ਓਕੇ, ਇੰਡੀਗੋ ਹੁੰਦਾ ਨੀਲ, ਬਾਕੀ ਚੀਜ਼ਾਂ ਤੁਹਾਨੂੰ ਸਾਰੀਆਂ ਕਲੀਅਰ ਹੀ ਨੇ। ਬਾਕੀ ਇਹਨਾਂ ਨੇ ਮਿੰਟ ਹੁੰਦੀਆਂ ਨੇ ਜਿੱਥੇ ਸਿੱਕੇ ਘੜੇ ਜਾਂਦੇ ਆ, ਜਾਣੀ ਕਿ ਟਕਸਾਲਾਂ ਕਿੱਥੇ ਕਿੱਥੇ ਲਾਈਆਂ? ਕੋਚੀਨ, ਮੂਸਲੀਪਟਨਮ, ਨਾਗਾਪਟਨਮ, ਪੌਂਡੂਚੇਰੀ, ਪੁਲੀਕੈਟ। ਤਾਂ ਇਹ ਚੀਜ਼ਾਂ ਦੇ ਉੱਤੇ ਇਹਨਾਂ ਨੇ ਆਪਦੀਆਂ ਜਿਹੜੀਆਂ ਮਿੰਟ ਲਾਈਆਂ ਸੀਗੀਆਂ। ਬਾਕੀ ਇਹਨਾਂ ਦਾ ਜਿਹੜਾ ਗੋਲਡਨ ਕੋਇਨ ਚਲਾਏ ਸੀ ਉਹਨੂੰ ਕਹਿੰਦੇ ਸੀ ਇਹ ਪਗੋੜਾ। ਇਹਦੇ 'ਤੇ ਲਾਰਡ ਵੈਂਕਟੇਸ਼ਵਰ ਦੀ ਮਤਲਬ ਕਿ ਗੋਡ ਵਿਸ਼ਨੂੰ ਦੀ ਇੱਕ ਮੂਰਤੀ ਜਾਂ ਕਹਿ ਲਓ ਤੁਸੀਂ, ਉਹਦੇ 'ਤੇ ਉਹਨਾਂ ਦੀ ਫੋਟੋ ਬਣੀ ਹੁੰਦੀ ਸੀ। ਤਾਂ ਉਹ ਇਹਨਾਂ ਨੇ ਇਸ਼ੂ ਕੀਤੇ ਸੀਗੇ ਕਿਹੜੀ? ਪੁਲੀਕੈਟ ਮਿੰਟ ਦੇ ਉੱਪਰ। ਆਹ ਤੁਹਾਨੂੰ ਕਲੀਅਰ ਹੋ ਗਏ। ਇਹਨਾਂ ਦੇ ਬਾਰੇ ਆਪਾਂ ਨੂੰ ਜ਼ਿਆਦਾ ਪੁਆਇੰਟ ਨਹੀਂ ਪੜ੍ਹਨ ਵਾਲੇ ਹੈਗੇ ਜਿੰਨੇ ਪੁਰਤਗਾਲੀਆਂ ਦੇ ਬਾਰੇ ਸੀ, ਕਿਉਂਕਿ ਪੁਰਤਗਾਲੀ ਆਉਣ ਦੇ ਵਾਲੇ ਵੀ ਸਭ ਤੋਂ ਪਹਿਲਾਂ ਸੀਗੇ, ਤਾਂ ਕਰਕੇ ਉਹਨਾਂ ਦੇ ਇਫੈਕਟ ਸੀਗੇ ਜਿਹੜੇ ਥੋੜ੍ਹੇ ਜਿਹੇ ਇਹਨਾਂ ਦੇ ਮੁਕਾਬਲੇ ਜ਼ਿਆਦਾ ਸੀਗੇ। ਤਾਂ ਹੁਣ ਆਪਾਂ ਦੇਖਿਆ ਅੱਗੇ ਦੇਖੋ। ਬਾਕੀ ਆਪਾਂ ਪਹਿਲਾਂ ਸ੍ਰੀਲੰਕਾ ਵਾਲਾ ਪੁਆਇੰਟ ਕਰ ਹੀ ਲਿਆ। ਅਤੇ ਆਹ ਮਲੱਕਾ ਇਹਨਾਂ ਨੇ ਜਦੋਂ ਕਬਜਾਇਆ ਸੀਗਾ ਇਹ 1641 ਦੇ ਵਿੱਚ ਸੀ। 1652 ਦੇ ਵਿੱਚ ਏਬਲ ਟੂ ਕੈਪਚਰ ਦਾ ਕੇਪ ਆਫ ਗੁੱਡ ਹੋਪ। ਤਾਂ ਕੇਪ ਆਫ ਗੁੱਡ ਹੋਪ ਜਿੱਥੋਂ ਇਦੋਂ ਬਾਅਦ ਪੁਰਤਗਾਲੀ ਆਏ ਸੀਗੇ। ਆਪਾਂ ਦੇਖਿਆ ਵੀ ਵਾਸਕੋ ਡੀ ਗਾਮਾ ਅਬਦੁਲ ਦੇ ਨਾਲ ਜਿਹੜਾ ਕਿ ਗੁਜਰਾਤ ਦਾ ਇੱਕ ਟਰੇਡਰ ਸੀ, ਉੱਥੋਂ ਲੈ ਕੇ ਉਹਨੂੰ ਆਇਆ ਕੇਪ ਆਫ ਗੁੱਡ ਹੋਪ। ਅਫਰੀਕਾ ਦਾ ਆਸਾਂਤਰੀ ਵਾਲਾ ਪੁਆਇੰਟ ਆਪਾਂ ਕੀਤਾ ਹੋਇਆ ਸੀ ਨਾ, ਤਾਂ ਉਹਦੇ 'ਚ ਇਹ ਵਾਲਾ ਪੁਆਇੰਟ ਆਉਂਦਾ ਕੇਪ ਆਫ ਗੁੱਡ ਹੋਪ। ਤਾਂ ਇਹਦੇ 'ਤੇ ਇਹਨਾਂ ਨੇ ਕਬਜ਼ਾ ਕਰ ਲਿਆ ਸੀ 1652 ਦੇ ਵਿੱਚ। ਤਾਂ ਇੱਥੋਂ ਤੱਕ ਤੁਹਾਨੂੰ ਇਹ ਪੁਆਇੰਟ ਵੀ ਕਲੀਅਰ ਹੋ ਗਿਆ ਹੋਊਗਾ। ਤਾਂ ਅੱਗੇ ਦੇਖੋ ਹੁਣ ਆਪਾਂ ਗੱਲ ਕਰੀਏ ਇਹਨਾਂ ਦੀ। ਤਾਂ ਇਹਨਾਂ ਦੇ ਵਿੱਚ ਜਿਹੜੀ ਇਹਨਾਂ ਨੇ 1605 ਦੇ ਵਿੱਚ ਲਾਈ ਸੀਗੀ ਫੈਕਟਰੀ, ਉਹ ਲਾਈ ਸੀ ਮੂਸਲੀਪਟਨਮ। ਉਹ ਕਿੱਥੇ ਸੀ? ਆਂਧਰਾ ਪ੍ਰਦੇਸ਼ ਦੇ ਵਿੱਚ। ਬਾਕੀ ਇਹ ਹੋਰ ਪਾਰਟਸ 'ਤੇ ਬਣਾਉਣਾ ਚਾਹੁੰਦੇ ਸੀ, ਪਰ ਇਹ ਦੂਆ ਪੁਰਤਗਾਲੀਆਂ ਨੂੰ ਖਤਰਾ ਹੋ ਗਿਆ। ਅਤੇ ਫਿਰ 1605 ਦੇ ਵਿੱਚ ਇਹਨਾਂ ਨੇ ਅਟੈਕ ਕੀਤਾ। 1605 ਦੇ ਵਿੱਚ ਇਹਨਾਂ ਨੇ ਫੈਕਟਰੀ ਵੀ ਲਾਈ ਔਰ ਨਾਲ ਹੀ ਇਹਨਾਂ ਨੇ ਕੀ ਕਰਿਆ? ਅਟੈਕ ਕੀਤਾ। ਹੁਣ ਅਟੈਕ ਕਿਹਨੇ ਕੀਤਾ? ਪੁਰਤਗਾਲੀਆਂ ਦੇ ਉੱਤੇ। ਅਤੇ ਇਹਨਾਂ ਤੋਂ ਕੀ ਖੋਲ੍ਹਿਆ? ਇੰਡੋਨੇਸ਼ੀਆ ਲੈ ਲਿਆ। ਅਤੇ ਇੰਡੋਨੇਸ਼ੀਆ ਨੂੰ ਕਿਹਾ ਕੀ ਜਾਂਦਾ ਸੀ ਉਦੋਂ? ਸਪਾਈਸਸ ਆਈਲੈਂਡ, ਜਾਣੀ ਕਿ ਮਸਾਲਿਆਂ ਦਾ ਦੀਪ। ਤਾਂ ਉਹਨੂੰ ਕਹਿੰਦੇ ਆ। ਇਹ ਤੁਸੀਂ ਧਿਆਨ 'ਚ ਰੱਖਣਾ। ਇਹ ਵੀ ਇਹਦੇ ਬਾਰੇ ਫੈਕਟ ਇੱਕ ਕੁਐਸਚਨ ਆਇਆ ਹੋਇਆ ਸੀ ਵੀ ਇਹਨਾਂ ਦੇ ਵਿੱਚੋਂ 4 ਦੇਸ਼ਾਂ ਦੇ ਨੇਮ ਸੀ, ਇਹਨਾਂ ਦੇ ਵਿੱਚੋਂ ਮਸਾਲਿਆਂ ਦਾ ਦੀਪ ਜਾਂ ਫਿਰ ਆਈਲੈਂਡ ਕਿਹਨੂੰ ਕਿਹਾ ਜਾਂਦਾ? ਤਾਂ ਉਹਦਾ ਆਨਸਰ ਆਊਗਾ ਆਪਣਾ ਇੰਡੋਨੇਸ਼ੀਆ। ਠੀਕ ਆ। ਤਾਂ ਫਿਰ ਇਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ?
ਪੁਰਤਗਾਲੀਆਂ ਤੋਂ ਇਹਨਾਂ ਨੇ ਕੀ ਲੈ ਲਿਆ, ਨਾਗਾਪਟਮ। ਤਾਂ ਇਹ ਵੀ ਇਹਨਾਂ ਨੇ ਪੁਰਤਗਾਲੀਆਂ ਤੋਂ ਲੈ ਲਿਆ। ਇਹ ਕਿੱਥੇ ਸੀਗਾ, ਮਦਰਾਸ ਨੇੜੇ ਚੇਨਈ ਦੇ ਵਿੱਚ, ਠੀਕ ਆ। ਤਾਂ ਇਹ ਵੀ ਲੈ ਲਿਆ। ਇਹਨੂੰ ਇਹਨਾਂ ਨੇ ਸਾਊਥ ਇੰਡੀਆ ਦਾ ਆਪਦਾ ਮੁੱਖ ਸੈਂਟਰ ਬਣਾ ਲਿਆ। ਸਾਊਥ ਇੰਡੀਆ ਦਾ ਮੁੱਖ ਕੇਂਦਰ ਇਹਨਾਂ ਨੇ ਕਿਹਨੂੰ ਬਣਾਇਆ, ਨਾਗਾਪਟਮ ਨੂੰ। ਇਹ ਵੀ ਧਿਆਨ ਦੇ ਵਿੱਚ ਰੱਖਣਾ। ਬਾਕੀ ਇਹਨਾਂ ਨੇ 1609 ਦੇ ਵਿੱਚ ਫੈਕਟਰੀ ਲਾਈ ਪੁਲੀਕੈਟ, ਔਰ ਇੱਥੋਂ ਹੀ ਇਹਨਾਂ ਨੇ ਜਿਹੜੇ ਸਿੱਕੇ ਇਸ਼ੂ ਕਰੇ ਸੀਗੇ ਗੋਲਡ ਪਗੌੜਾ ਜਿਹਨੂੰ ਆਪਾਂ ਕਹਿੰਦੇ ਆ, ਤਾਂ ਉਹਦੇ ਉੱਤੇ ਇਹਨਾਂ ਨੇ ਵੈਂਕਟੇਸ਼ਵਰ ਜਾਣੀ ਕਿ ਗੋਡ ਵਿਸ਼ਨੂੰ ਦੀ ਜਿਹੜੀ ਮੂਰਤੀ ਸੀ ਜਾਂ ਫੋਟੋ ਸੀ ਉਹ ਉਹਨਾਂ ਦੇ ਉੱਤੇ ਬਣਾਈ ਸੀਗੀ, ਔਰ ਉੱਥੋਂ ਇਹਨਾਂ ਨੇ ਇਸ਼ੂ ਕੀਤੇ ਸੀਗੇ ਸਿੱਕੇ। ਤਾਂ ਇਹ ਚੀਜ਼ ਤੁਹਾਨੂੰ ਇੰਨੀ ਕੁ ਕਲੀਅਰ ਹੋਊਗੀ। ਫਿਰ ਇਹਨਾਂ ਨੇ 1619 ਦੇ ਵਿੱਚ ਜਕਾਰਤਾ ਦੇ ਖੰਡਰਾਂ ਦੇ ਵਿੱਚ ਇੱਕ ਨਵਾਂ ਸ਼ਹਿਰ ਵੀ ਵਸਾਇਆ, ਠੀਕ ਆ। ਫਿਰ ਇਹਨਾਂ ਨੇ 1619 ਦੇ ਵਿੱਚ ਇੱਕ ਸ਼ਹਿਰ ਵਸਾਇਆ, ਓਕੇ। ਤਾਂ ਇਹ ਨੇ ਇਹਨਾਂ ਦੇ ਇੰਪੋਰਟੈਂਟ ਪੁਆਇੰਟ। 1616 ਦੇ ਵਿੱਚ ਸੂਰਤ ਵਿੱਚ, ਇਹ ਮੈਂ ਤੁਹਾਨੂੰ ਇਸ ਤੋਂ ਬਾਅਦ ਦੇ ਵਿੱਚ ਨਾ ਜਿੱਥੇ ਜਿੱਥੇ ਇਹਨਾਂ ਨੇ ਫੈਕਟਰੀਆਂ ਬਣਾਈਆਂ ਨੇ, ਇੱਕ ਮੈਂ ਤੁਹਾਨੂੰ ਸਾਰੇ ਇਹ ਆ ਤੁਸੀਂ ਨੋਟ ਕਰ ਲਿਓ। ਮੈਂ ਤੁਹਾਨੂੰ ਇਹਨਾਂ ਦਾ ਵੀਡੀਓ ਦੇ ਲਾਸਟ ਦੇ ਉੱਤੇ ਸਾਰੇ ਲਿਖਾ ਦੂੰਗਾ ਵੀ ਕਿਹੜੇ ਕਿਹੜੇ ਕਿੱਥੇ ਕੀ ਹੋਇਆ ਸੀਗਾ। ਬਾਕੀ 1627 ਦੇ ਵਿੱਚ ਇਹਨਾਂ ਦੀ ਬੰਗਾਲ ਦੇ ਵਿੱਚ ਫਸਟ ਫੈਕਟਰੀ ਕਦੋਂ ਸੀਗੀ, 1627 ਦੇ ਵਿੱਚ ਸੀਗੀ, ਔਰ ਉਹ ਕਿੱਥੇ ਸੀਗੀ, ਪੀਪਲੀ ਜਾਂ ਫਿਰ ਪੀਪਲੀ ਇੱਥੇ ਸੀਗੀ, ਇੱਥੇ, ਠੀਕ ਆ। ਤਾਂ 1641 ਦੇ ਵਿੱਚ ਬਿਮਲੀਪਟਮ, 1645 ਦੇ ਵਿੱਚ ਕਰਈਕਲ। ਤਾਂ ਇਹ ਤੁਸੀਂ ਇਹ ਮੈਂ ਤੁਹਾਨੂੰ ਲਾਸਟ ਦੇ ਵਿੱਚ ਦੱਸ ਦਿੰਦਾ ਵੀ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਲੱਗੀ ਹੈ ਇਹਨਾਂ ਦੀ, ਓਕੇ। ਤਾਂ ਹੁਣ ਇਸ ਤੋਂ ਬਾਅਦ ਇੱਕ ਹੋਇਆ ਸੀ 1759 ਦੇ ਵਿੱਚ ਬੇਦਰਾ ਦਾ ਯੁੱਧ। 1759 ਦੇ ਵਿੱਚ ਬੇਦਰਾ, ਬੈਟਲ ਆਫ ਬੇਦਰਾ ਜਾਣੀ ਕਿ ਬੇਦਰਾ ਦਾ ਯੁੱਧ। ਇਹ ਕਿਹਦੇ ਵਿਚਾਲੇ ਹੋਇਆ ਸੀ, ਇੱਕ ਪਾਸੇ ਨੇ ਡੱਚ, ਦੂਸਰੇ ਪਾਸੇ ਨੇ ਇੰਗਲਿਸ਼ ਜਾਣੀ ਕਿ ਬ੍ਰਿਟਸ। ਅੰਗਰੇਜ਼ਾਂ ਵੱਲੋਂ ਜਿਹੜਾ ਲੜ ਰਿਹਾ ਸੀ ਉਹ ਸੀਗਾ ਰੋਬਰਟ ਕਲਾਈਵ, ਓਕੇ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਔਰ ਇਹਦੇ 'ਚ ਡੱਚ ਸੀਗੇ ਜਿਹੜੇ ਉਹ ਹਾਰ ਗਏ ਸੀਗੇ। ਆਹ ਵਾਲਾ ਯੁੱਧ ਸੀਗਾ ਜਿਹੜਾ ਇਹ ਡੱਚ ਕੀ ਕਰ ਗਏ, ਹਾਰ ਗਏ। ਅੱਗੇ ਦੇਖੋ, ਤਾਂ ਡੱਚ ਦੀ ਇਹਦੇ ਬਾਰੇ ਗੱਲ ਕਰੀਏ। ਡੱਚ ਈਸਟ ਇੰਡੀਆ ਕੰਪਨੀ ਬਾਅਦ ਜਦੋਂ 1669 ਦਾ ਸਮਾਂ ਆਇਆ ਤਾਂ ਉਦੋਂ ਇਹ ਰਿਚੈਸਟ ਪ੍ਰਾਈਵੇਟ ਕੰਪਨੀ ਬਣ ਗਈ ਸੀ ਪੂਰੇ ਵਿਸ਼ਵ ਦੀ। ਤਾਂ ਇਹ ਵੀ ਫੈਕਟ ਇਹਨਾਂ ਦੇ ਬਾਰੇ ਇੱਕ ਯਾਦ ਰੱਖਣਾ ਵੀ 1669 ਦੇ ਵਿੱਚ ਇਹ ਰਿਚੈਸਟ ਪ੍ਰਾਈਵੇਟ ਕੰਪਨੀ ਬਣ ਗਈ ਵਿਸ਼ਵ ਦੀ। ਉਦੋਂ ਇਹਨਾਂ ਦੇ ਕੋਲੇ 150 ਮਰਚੈਂਟ ਸ਼ਿਪ ਸੀਗੀਆਂ, 40 ਵਾਰਸ਼ਿਪ ਔਰ 50,000 ਇੰਪਲਾਈ ਅਤੇ 10,000 ਸੋਲਜਰ ਸੀਗੇ। ਤਾਂ ਇੰਨੀਆਂ ਚੀਜ਼ਾਂ ਹੋਣ ਦੇ ਨਾਲ ਇਹ ਇੱਕ ਵਰਲਡ ਦੀ ਰਿਚੈਸਟ ਕੰਪਨੀ ਪ੍ਰਾਈਵੇਟ ਬਣ ਗਈ ਸੀ। ਬਾਕੀ ਇੱਕ ਇਹਨਾਂ ਦਾ ਹੋਇਆ ਬੈਟਲ ਆਫ ਕੋਲਾਚਲ 1741 ਦੇ ਵਿੱਚ ਹੋਇਆ ਸੀ। ਵੈਸੇ ਇੰਨਾ ਡੈਫਥ ਦੇ ਵਿੱਚ ਤੁਹਾਨੂੰ ਨਹੀਂ ਆਉਂਦਾ, ਤਾਂ ਤੁਸੀਂ ਬੈਟਲ ਨੂੰ ਧਿਆਨ ਦੇ ਵਿੱਚ ਰੱਖਿਓ ਵੀ ਕਿੰਨੇ 'ਚ ਹੋਈ ਆ। 1741 ਦੇ ਵਿੱਚ ਹੋਈ ਆ। ਕਿਹਦੇ ਵਿਚਾਲੇ ਹੋਈ ਆ, ਡੱਚ ਈਸਟ ਇੰਡੀਆ ਕੰਪਨੀ ਐਂਡ ਸਟੇਟ ਆਫ ਤਰਾਵਨਕੋਰ ਆਰਮੀ, ਓਕੇ। ਦਿਸ ਵਾਜ਼ ਮੇਜਰ ਡਿਫੀਟ ਆਫ ਯੂਰੋਪੀਅਨ ਪਾਵਰ ਇਨ ਇੰਡੀਆ ਐਂਡ ਮਾਰਕਡ ਬਿਗਿਨਿੰਗ ਆਫ ਦਾ ਐਂਡ ਆਫ ਦਾ ਡੱਚ ਇਨਫਲੂਐਂਸ। ਤਾਂ ਇਹਦੇ 'ਚ ਡੱਚ ਸੀਗੇ ਜਿਹੜੇ, ਇਹਦੇ 'ਚ ਉਹ ਸਾਊਥ ਇੰਡੀਆ ਦੇ ਵਿੱਚ ਡੱਚ ਖਤਮ ਕਰਤੇ ਸੀਗੇ ਇੱਥੇ, ਓਕੇ। ਬਾਕੀ ਆ ਇਹਨਾਂ ਦੀਆਂ ਫੈਕਟਰੀਆਂ ਨੇ, ਇਹਨਾਂ ਨੂੰ ਤੁਸੀਂ ਸਕਰੀਨਸ਼ਾਟ ਕਰ ਲਿਓ ਜਾਂ ਫਿਰ ਨੋਟ ਕਰਨਾ ਨੋਟ ਕਰ ਲਿਓ। ਆਹ ਤੁਸੀਂ ਦੇਖ ਸਕਦੇ ਹੋ ਕਿਹੜੀ ਕਿਹੜੀ ਕਿੱਥੇ ਕਿੱਥੇ ਕਿਹੜੀ ਚੀਜ਼ ਉਹਨਾਂ ਨੇ ਲਾਈ ਆ। ਬਾਕੀ ਜੇ ਲੋਕੇਸ਼ਨ ਦੀ ਗੱਲ ਕਰੀਏ, ਮਤਲਬ ਕਿ ਟ੍ਰੇਡ ਕਿੱਥੋਂ ਕਿੱਥੋਂ ਕਿਹੜੀ ਕਿਹੜੀ ਚੀਜ਼ ਦਾ ਕਰਦੇ ਆ, ਤੇ ਇੰਡੀਗੋ ਦੀ ਗੱਲ ਕਰੀਏ ਤਾਂ ਇਹ ਕਿੱਥੇ ਕਰਦੇ ਸੀ, ਯਮਨਾ ਵੈਲੀ ਐਂਡ ਸੈਂਟਰਲ ਇੰਡੀਆ ਦੇ ਵਿੱਚ। ਸਿਲਕ ਤੇ ਟੈਕਸਟਾਈਲ ਬੰਗਾਲ ਤੇ ਗੁਜਰਾਤ। ਸਾਲਟ ਵਾਟਰ ਫਰੋਮ ਬਿਹਾਰ। ਓਪੀਅਮ ਐਂਡ ਚੌਲ ਗੰਗਾ ਵੈਲੀ ਦੇ ਵਿੱਚੋਂ, ਜਾਣੀ ਕਿ ਅਫੀਮ ਐਂਡ ਚੌਲ ਇਹ ਕਿੱਧਰੋਂ ਕਰਦੇ ਸੀ, ਇਹ ਸਾਈਡ ਤੋਂ ਕਰਦੇ ਸੀ। ਬਾਕੀ ਜਿਹੜੀ ਡੱਚ ਈਸਟ ਇੰਡੀਆ ਕੰਪਨੀ ਸੀ ਇਹ ਵਰਲਡ ਦੀ ਪਹਿਲੀ ਰਿਕਾਰਡ ਵਾਲੀ ਕੰਪਨੀ ਸੀਗੀ। ਇਨੀਸ਼ੀਅਲ ਪਬਲਿਕ ਆਫਰਿੰਗ ਇਨ ਦਾ ਈਅਰ 1602 ਦੀ ਗੱਲ ਆ, 5 ਦੇ ਵਿੱਚ ਇਹ ਮਤਲਬ ਕਿ ਆਪਾਂ ਕਿਹਾ ਸੀ ਇੱਥੇ ਆਈ। ਸੋ ਇਸਟੈਬਲਿਸ਼ ਦਾ ਵਰਲਡ ਫਸਟ ਸਟਾਕ ਐਕਸਚੇਂਜ। ਤਾਂ ਵਿਸ਼ਵ ਦਾ ਪਹਿਲਾ ਸਟਾਕ ਐਕਸਚੇਂਜ ਕਿਹੜੀ ਕੰਪਨੀ ਨੇ ਕੀਤਾ ਸੀ, ਉਹ ਵੀ ਡੱਚ ਕੰਪਨੀ ਸੀਗੀ। ਬਾਕੀ ਇਹਨਾਂ ਦਾ ਜ਼ਿਆਦਾ ਇੰਟਰਸਟ ਸੀਗਾ ਮੋਨੋਪੋਲੀ ਕਰਨ ਦੇ ਵਿੱਚ, ਨਾ ਕਿ ਇੱਥੇ ਆਪਣਾ ਅੰਪਾਇਰ ਸਥਾਪਿਤ ਕਰਨ ਦੇ ਵਿੱਚ ਇਹਨਾਂ ਦਾ ਇੰਟਰਸਟ ਸੀਗਾ। ਇਹ ਪੁਆਇੰਟ ਨੂੰ ਤੁਸੀਂ ਕਦੇ ਵੀ ਨਹੀਂ ਭੁੱਲਣਾ। ਬਾਕੀ ਯੂਨਾਈਟਿਡ ਈਸਟ ਇੰਡੀਆ ਕੰਪਨੀ, ਡੱਚ ਈਸਟ ਇੰਡੀਆ ਕੰਪਨੀ, ਇਟ ਇਜ਼ ਫਸਟ ਪਰਮਾਨੈਂਟ ਟ੍ਰੇਡਿੰਗ ਪੋਸਟ ਵਾਜ਼ ਐਨ ਇੰਡੋਨੇਸ਼ੀਆ। ਕਿੱਥੇ ਸੀ, ਇੰਡੋਨੇਸ਼ੀਆ। ਡੱਚ ਪ੍ਰੈਜ਼ੈਂਸ ਔਨ ਦਾ ਇੰਡੀਅਨ ਸਬ ਕੰਟੀਨੈਂਟ ਲਾਸਟਡ ਫਰੋਮ 1605 ਤੋਂ ਲੈ ਕੇ 1825। ਬੰਗਾਲ ਦੇ ਸਟੈਬਲਿਸ਼ਡ ਫੈਕਟਰੀ ਇਨ ਪੀਪਲ, ਇਹ ਮੈਂ ਪੁਆਇੰਟ ਦੱਸ ਹੀ ਚੁੱਕਿਆ ਤੁਹਾਨੂੰ। ਪੁਲੀਕੈਟ ਦੇ ਵਿੱਚ ਇਨ 1610 ਇਟ ਬਕੇਮ ਦੇਅਰ ਮੇਨ ਸੈਂਟਰ ਐਕਟੀਵਿਟੀ। ਜਦੋਂ ਇਹਨਾਂ ਨੇ ਪੁਲੀਕੈਟ ਦੇ ਵਿੱਚ 1610 ਦੇ ਵਿੱਚ ਆਪਣੀ ਫੈਕਟਰੀ ਇਸਟੈਬਲਿਸ਼ ਕੀਤੀ ਆ, ਤੇ ਇਸ ਤੋਂ ਬਾਅਦ ਇਹਨਾਂ ਦਾ ਇਹ ਮੇਨ ਸੈਂਟਰ ਬਣ ਗਿਆ ਐਕਟੀਵਿਟੀਜ਼ ਦਾ। ਇਟ ਵਾਜ਼ ਲੇਟਰ ਨੋਨ ਐਜ਼ ਦਾ ਫੋਰਟ
ਗੈਲਰੀਆ। ਤਾਂ ਆਹ ਤੁਸੀਂ ਜਿਹੜੇ ਫੈਕਟ ਨੇ ਇਹਨਾਂ ਦੇ ਬਾਰੇ ਧਿਆਨ ਦੇ ਵਿੱਚ ਰੱਖਣੇ ਆ। ਚਲੋ ਹੁਣ ਬੱਚੇ ਦੇਖੋ, ਮੈਂ ਤੁਹਾਨੂੰ ਕੁਝ ਕੁ ਫੈਕਟ ਇਹਨਾਂ ਦੇ ਹੋਰ ਦੱਸਦਾ ਜਿਹੜੇ ਆਪਾਂ ਇਹਦੇ 'ਚ ਨਹੀਂ ਲਿਖ ਸਕੇ, ਤਾਂ ਉਹਨਾਂ ਨੂੰ ਦੱਸਦੇ ਹਾਂ। ਤਾਂ ਦੇਖੋ ਪਹਿਲਾਂ ਇਹਨਾਂ ਦੇ ਵਿੱਚ ਕੀ ਹੋਇਆ, ਇੰਗਲਿਸ਼ ਤੋਂ ਖਤਰਾ ਸੀ ਇਹਨਾਂ ਨੂੰ ਟਰੇਡ ਦਾ, ਠੀਕ ਆ। ਤਾਂ ਪਹਿਲਾਂ ਇਹਨਾਂ ਨੂੰ ਖਤਰਾ ਟਰੇਡ ਦਾ ਸੀ ਇਕੱਲਾ, ਫਿਰ ਇਹਨਾਂ ਦਾ ਜਿਹੜਾ ਟਰੇਡ ਸੀਗਾ ਇਕੱਲਾ ਟਰੇਡ ਨਹੀਂ ਰਹਿ ਗਿਆ, ਟਰੇਡ ਤੋਂ ਬਾਅਦ ਇਹ ਕਨਵਰਟ ਹੋ ਗਿਆ ਵਾਰਫੇਅਰ, ਉਹ ਵੀ ਬਲਡੀ ਵਾਰਫੇਅਰ ਦੇ ਵਿੱਚ ਇਹਨਾਂ ਦਾ ਜਿਹੜਾ ਵਪਾਰ ਸੀਗਾ ਇਹ ਪੂਰਾ ਚੇਂਜ ਹੋ ਗਿਆ। ਅਤੇ ਫਿਰ ਇਹਨਾਂ ਦੀ ਜਿਹੜੀ ਦੁਸ਼ਮਣੀ ਸੀਗੀ, ਠੀਕ ਆ, ਕਿਹਨਾਂ ਦੇ ਨਾਲ, ਬ੍ਰਿਟਸ ਵਰਸਸ ਡੱਚ। ਅਤੇ ਇਹਨਾਂ ਦੀ ਇਹੀ ਦੁਸ਼ਮਣੀ ਜਦੋਂ ਮਤਲਬ ਕਿ ਇਹ ਇੰਨਾ ਬਲੱਡੀ ਹੋ ਗਏ, ਫਿਰ ਇਸ ਤੋਂ ਬਾਅਦ ਇਹਨਾਂ ਦੀ ਦੁਸ਼ਮਣੀ ਚਲੀ ਗਈ ਅੰਬੋਇਨਾ। ਓਕੇ, ਅੱਜ ਇਹਨੂੰ ਕੀ ਕਹਿੰਦੇ ਅਸੀਂ, ਇੰਡੋਨੇਸ਼ੀਆ, ਠੀਕ ਆ। ਤਾਂ ਇੱਥੇ ਪਹੁੰਚ ਗਏ ਅਤੇ ਪੁਰਤਗਾਲੀਆਂ ਤੋਂ 1605 ਦੇ ਵਿੱਚ ਡੱਚ ਨੇ ਕੈਪਚਰ ਕਰਿਆ ਹੋਇਆ ਸੀ। ਇਹ ਪੁਰਤਗਾਲੀਆਂ ਤੋਂ ਕਿਹਨੇ ਜਿੱਤਿਆ ਸੀ, ਇਹ ਡੱਚ ਨੇ ਜਿੱਤਿਆ ਸੀ ਇਹ। ਤਾਂ ਇਸ ਤੋਂ ਬਾਅਦ ਇਹਦੇ 'ਤੇ ਹਮਲਾ ਕਿਹਨੇ ਕਰਤਾ, ਅੰਗਰੇਜ਼ਾਂ ਨੇ ਕਰਤਾ। ਤਾਂ ਹੁਣ ਦੇਖੋ ਪਹਿਲਾਂ ਪੁਰਤਗਾਲੀਆਂ ਤੋਂ ਡੱਚ ਤੋਂ ਬਾਅਦ ਕਿਹੜਾ ਆ ਗਏ, ਅੰਗਰੇਜ਼ ਇੱਥੇ। ਤਾਂ ਇਸ ਤੋਂ ਬਾਅਦ ਵਿੱਚ ਕਾਫੀ ਜਾਣੇ ਇਹਦੇ 'ਚ ਮਰਮਰਾਈ ਹੋ ਗਈ ਸੀ ਅਤੇ ਸਮਝੌਤਾ ਹੋ ਗਿਆ ਸੀ ਇਹਨਾਂ ਦਾ 1667 ਦੇ ਵਿੱਚ। ਇਹਨੂੰ ਲੈ ਕੇ 1667 ਦੇ ਵਿੱਚ ਸਮਝੌਤਾ ਹੋਇਆ। ਸਮਝੌਤੇ ਦੇ ਵਿੱਚ ਕੀ ਇਹਨਾਂ ਦਾ ਨਤੀਜਾ ਨਿਕਲਿਆ, ਤਾਂ ਇਹ ਕਹਿੰਦੇ ਵੀ ਜਿਹੜੇ ਬ੍ਰਿਟਸ ਨੇ ਉਹ ਵਿਦਡਰਾਅ ਕਰ ਲੈਣ ਇੰਡੋਨੇਸ਼ੀਆ ਦੇ ਵਿੱਚੋਂ ਪ੍ਰੋਪਰ ਤਰੀਕੇ ਨਾਲ। ਔਰ ਅੰਗਰੇਜ਼ਾਂ ਦਾ ਪੱਖ ਇਹ ਸੀ ਵੀ ਜਿਹੜੇ ਡੱਚ ਨੇ ਉਹ ਭਾਰਤ ਛੱਡ ਦੇਣ, ਕਿ ਆਪਦਾ ਜਾ ਕੇ ਉਹੀ ਪੈਰ ਇੰਡੋਨੇਸ਼ੀਆ ਦੇ ਵਿੱਚ ਵਸਾਉਣ, ਵੀ ਡੱਚ ਨੇ ਜਿਹੜੇ ਭਾਰਤ ਛੱਡ ਕੇ ਚਲੇ ਜਾਣ। ਅਤੇ ਡੱਚ ਦਾ ਸਟੈਂਡ ਇਹ ਸੀ ਵੀ ਜਿਹੜੇ ਬ੍ਰਿਟਸ ਨੇ ਉਹ ਇੰਡੋਨੇਸ਼ੀਆ ਦੇ ਵਿੱਚੋਂ ਜਮਾਂ ਟੋਟਲੀ ਆਪਦਾ ਮਤਲਬ ਬੋਰੀ ਬਿਸਤਰਾ ਪੂਰਾ ਚੱਕ ਕੇ ਇੱਥੋਂ ਚਲੇ ਜਾਣ। ਓਕੇ, ਬਾਕੀ ਇਹਨਾਂ ਦੇ ਵਿੱਚ ਹੁਣ ਡਿਕਲਾਈਨ ਦਾ ਕਾਰਨ ਦੇਖੀਏ, ਜਦੋਂ ਥਰਡ ਐਂਗਲੋ ਡੱਚ ਵਾਰ ਹੋਈ ਆ ਤਾਂ ਇਹ 1672 ਤੋਂ 74 ਦੀ ਗੱਲ ਆ। ਉਹਦੇ 'ਚ 3 ਸ਼ਿਪ ਰੋਕ ਲਈਆਂ ਸੀ ਅੰਗਰੇਜ਼ਾਂ ਦੀਆਂ ਬੇ ਆਫ ਬੰਗਾਲ ਦੇ ਵਿੱਚ ਇਹਨਾਂ ਨੇ, ਠੀਕ ਆ। ਤਾਂ ਅੰਗਰੇਜ਼ਾਂ ਦਾ ਸੂਰਤ ਅਤੇ ਬੰਬੇ ਦਾ ਆਪਸ ਦੇ ਵਿੱਚ ਸੰਬੰਧ ਘਟ ਗਿਆ ਸੀ, ਤਾਂ ਫਿਰ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਇਹਨਾਂ ਦੇ ਨਾਲ ਯੁੱਧ ਕੀਤਾ ਔਰ ਇਹਨਾਂ ਨੂੰ ਇੱਕ ਵਾਰ ਤਾਂ ਹਰਾਤਾ ਸੀਗਾ। ਬਾਕੀ ਜੇ ਭਾਰਤ ਦੇ ਵਿੱਚ ਚੀਜ਼ਾਂ ਕਿਹੜੀਆਂ ਦਾ ਵਪਾਰ ਕਰਦੇ ਆ, ਸਿਲਕ, ਕਾਟਨ, ਇੰਡੀਗੋ, ਰਾਈਸ, ਓਪੀਅਮ। ਔਰ ਇਹਨਾਂ ਦੀ ਮੋਨੋਪੋਲੀ ਕਿਹੜੀ ਚੀਜ਼ ਦੇ ਉੱਤੇ ਸੀ, ਬਲੈਕ ਪੈਪਰ ਐਂਡ ਸਪਾਈਸਸ। ਤਾਂ ਬੈਟਲ ਆਫ ਕੁਲਾਚੇਲ ਵੀ ਆਪਾਂ ਕਰ ਲਿਆ 1741 ਦੇ ਵਿੱਚ। ਬਾਕੀ ਇਹਨਾਂ ਨੇ ਕਿਹੜੀ ਚੀਜ਼ ਕਦੋਂ ਖੋਈ ਆ ਉਹ ਵੀ ਤੁਹਾਨੂੰ ਦੱਸਤਾ। ਬਾਕੀ ਡੱਚ ਨੇ ਫਸਟ ਸਟਾਕ ਐਕਸਚੇਂਜ ਬਣਾਇਆ ਸੀ, ਕਿਹੜੀ ਇਹ ਆ ਸਕਦਾ ਵੀ ਕਿਹੜਾ ਯੂਰਪੀ ਕੰਟਰੀ ਸੀ ਜਿਹਨੇ ਪਹਿਲੀ ਵਾਰ ਇਹ ਬਣਾਇਆ ਸੀ, ਤਾਂ ਇਹ ਸੀਗਾ ਡੱਚ ਨੇ ਫਸਟ ਸਟਾਕ ਐਕਸਚੇਂਜ ਬਣਾਇਆ ਸੀ 1602 ਦੇ ਵਿੱਚ ਪੂਰੇ ਵਰਲਡ ਦਾ। ਓਕੇ, ਔਰ ਇਹ ਮੇਨਟੇਨ ਕਰਨਾ ਚਾਹੁੰਦੇ ਸੀ ਆਪਦੀ ਮੋਨੋਪੋਲੀ, ਨਾ ਕਿ ਇੱਥੇ ਆਪਦਾ ਇੰਪਾਇਰ ਸ਼ੁਰੂ ਕਰਨਾ ਚਾਹੁੰਦੇ ਸੀਗੇ। ਓਕੇ, ਬਾਕੀ ਇਹ ਕੰਪਨੀ ਬਾਅਦ ਦੇ ਵਿੱਚ ਦਿਵਾਲੀਆ ਹੋ ਗਈ ਸੀ 1800 ਦੇ ਵਿੱਚ, ਇਹ ਕੰਪਨੀ ਬਿਲਕੁਲ ਖਤਮ ਹੋ ਗਈ ਸੀ। ਇਸ ਤੋਂ ਬਾਅਦ ਇਹਦੇ ਵਿੱਚ ਆਉਂਦਾ ਸਿਰਾਮਪੁਰ ਮਿਸ਼ਨ ਪ੍ਰੈਸ। ਤਾਂ ਇਹਦੇ 'ਚ ਕੀ ਆ, ਹੁਣ ਦੇਖੋ ਪਹਿਲਾਂ ਹੀ ਇਹਦੇ 'ਚ ਮਿਸ਼ਨ ਲੱਗ ਗਿਆ, ਪ੍ਰੈਸ ਬਾਰੇ ਕੋਈ ਗੱਲ ਹੋਊਗੀ। ਤਾਂ ਇਹਦੇ 'ਚ ਕੀ ਸੀਗਾ, 1801 ਤੋਂ ਲੈ ਕੇ ਐਂਡ 1832 AD। ਅਤੇ ਜਿਹੜਾ ਮਿਸ਼ਨ ਪ੍ਰੈਸ ਸੀਗਾ ਇਹਨੇ ਤਕਰੀਬਨ 2,12,000 ਕਾਪੀਜ਼ ਆਫ ਦਾ ਬੁੱਕਸ ਇਨ 40 ਡਿਫਰੈਂਟ ਲੈਂਗੁਏਜਸ। ਤਾਂ ਇਹ ਸੀਗੀਆਂ ਜਿਹੜੀਆਂ ਇਹਨੇ ਪਬਲਿਸ਼ ਕੀਤੀਆਂ ਸੀਗੀਆਂ। ਬਾਕੀ ਕਰਪਸ਼ਨ ਐਂਡ ਬੈਂਕਰਪਸੀ, ਦ ਡੱਚ ਈਸਟ ਇੰਡੀਆ ਕੰਪਨੀ ਵਾਜ਼ ਫਾਰਮਲੀ ਡਿਜ਼ੋਲਵਡ ਇਨ 1800 ਦੇ ਵਿੱਚ ਮਤਲਬ ਕਿ ਦਿਵਾਲੀਆ ਹੋ ਗਈ। ਦ ਡੱਚ ਇਨਫਲੂਐਂਸ ਫਰੋਮ ਇੰਡੀਆ ਐਂਡ ਫਿਨਿਸ਼ਡ ਲੌਂਗ ਏਜ ਅਗੋ ਬਟ ਦੇ ਵਰ ਡੋਮੀਨੇਟ ਇਨ ਇੰਡੋਨੇਸ਼ੀਆ। ਉੱਥੇ ਤਾਂ ਬਣੀ ਰਹੀ ਪਰ ਇੰਡੀਆ ਦੇ ਵਿੱਚੋਂ ਜਮ੍ਹਾਂ ਟੋਟਲੀ ਇਹ ਕੀ ਹੋ ਗਈ ਸੀਗੀ, ਇਹ ਤੋਂ ਬਾਅਦ ਖਤਮ ਹੋ ਗਈ ਸੀ। ਤਾਂ ਆਹ ਸੀਗਾ। ਬਾਕੀ ਇੱਕ ਇਹਨਾਂ ਦੇ ਬਾਰੇ ਤੁਸੀਂ ਹੋਰ ਧਿਆਨ ਦੇ ਵਿੱਚ ਪੁਆਇੰਟ ਰੱਖਣਾ। ਦੇਖੋ, ਇੱਕ ਆਪਾਂ ਗੱਲ ਕਰਦੇ ਹਾਂ ਨਾਰਥ ਅਮਰੀਕਾ ਦੀ, ਕੌਂਟੀਨੈਂਟ ਆ ਨਾਰਥ ਅਮਰੀਕਾ ਜਾਂ ਫਿਰ ਅਮਰੀਕਾ ਦੇ ਵਿੱਚ ਹੀ ਲਾ ਲਓ ਤੁਸੀਂ ਪੂਰਾ। ਤਾਂ ਇਹਦੇ 'ਚ ਇੱਕ ਸਿਟੀ ਸੀ ਆ ਨਿਊ ਐਮਸਟਰਡਮ, ਠੀਕ ਆ, 1613 ਤੋਂ 26। ਤਾਂ ਇਹ ਵੀ ਖੋਜੀ ਸੀਗੀ ਇਹਨਾਂ ਨੇ। ਅੱਜ ਇਹਨੂੰ ਅਸੀਂ ਕੀ ਕਹਿੰਦੇ ਹਾਂ, ਨਿਊਯਾਰਕ। ਇਹ ਵੀ ਡਚਸ ਦੇ ਕਮਾਲ ਨੇ। ਤਾਂ ਇਹ ਸੀਗਾ ਇਹਨਾਂ ਦੇ ਬਾਰੇ ਇੰਪੋਰਟੈਂਟ ਫੈਕਟ, ਜਿੰਨੇ ਕੁ ਆਪਾਂ ਕਰ ਸਕਦੇ ਸੀਗੇ ਉਨੇ ਕੁ ਬਹੁਤ ਨੇ। ਓਕੇ, ਬਾਕੀ ਇਹਨਾਂ ਦੇ ਵਿੱਚੋਂ ਆਪਣੇ ਜਿਹੜੇ ਤੋਂ ਬਾਅਦ ਦੇ ਵਿੱਚ ਅੰਗਰੇਜ਼ ਆਉਣਗੇ, ਅੰਗਰੇਜ਼ਾਂ ਦੇ ਬਾਰੇ ਪੁਆਇੰਟ ਥੋੜ੍ਹੇ ਜਿਹੇ ਜ਼ਿਆਦਾ ਬਣਨਗੇ ਪੁਰਤਗਾਲੀਆਂ ਦੇ ਵਾਂਗ ਹੀ। ਬਾਕੀ ਹੋਰ ਇਹਨਾਂ ਦੇ ਬਾਰੇ ਆਪਾਂ ਇੰਨਾ ਡਿਟੇਲ ਦੇ ਵਿੱਚ ਕਿਸੇ ਦੇ ਬਾਰੇ ਨਹੀਂ ਜਾਣਾ। ਅਤੇ ਇਹਦੇ ਵਿੱਚੋਂ ਹੁਣ ਅਗਰ ਤੁਹਾਨੂੰ ਕੋਈ ਫੈਕਟ ਆਊਗਾ ਤਾਂ ਉਮੀਦ ਕਰਦਾ ਵੀ ਤੁਹਾਡਾ ਫੈਕਟ ਨਹੀਂ ਬਚੂਗਾ। ਤੁਸੀਂ ਇਹਨੂੰ 1-2 ਵਾਰ ਧਿਆਨ ਦੇ ਨਾਲ ਦੇਖਿਓ ਔਰ ਉਹਨੂੰ ਚੀਜ਼ ਨੂੰ ਨੋਟ ਕਰ ਲਿਓ।
ਜਿਵੇਂ ਤੁਹਾਨੂੰ ਨੋਟ ਲੱਗਦਾ ਤੁਸੀਂ ਉਵੇਂ ਉਹਨੂੰ ਦੇਖ ਕੇ ਨੋਟ ਕਰ ਸਕਦੇ ਹੋ, ਠੀਕ ਆ। ਤਾਂ ਹੁਣ ਇਹਦੇ ਵਿੱਚ ਅਗਰ ਕਿਸੇ ਨੂੰ ਕੋਈ ਡਾਊਟ ਹੋਇਆ ਦੈਨ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਇਸ ਤੋਂ ਬਾਅਦ ਬਾਕੀ ਤਾਂ ਉਮੀਦ ਕਰਦਾ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ। ਬੜੇ ਮੈਂ ਆਸਾਨ ਸ਼ਬਦਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਆਪਣੀ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ। ਬਾਕੀ ਫਿਰ ਵੀ ਅਗਰ ਕਿਸੇ ਬੱਚੇ ਨੂੰ ਡਾਊਟ ਰਹਿ ਜਾਂਦਾ ਤਾਂ ਦੈਨ ਤੁਸੀਂ ਟਾਈਮ ਦੱਸ ਕੇ ਜਾਂ ਫਿਰ ਜਿਹੜਾ ਵੀ ਤੁਹਾਡਾ ਇਹਦੇ 'ਚੋਂ ਟੌਪਿਕ ਆ, ਕੋਈ ਸਬ ਟੌਪਿਕ ਆ, ਤਾਂ ਉਹਦੇ ਬਾਰੇ ਤੁਸੀਂ ਕਮੈਂਟ ਕਰ ਸਕਦੇ ਹੋ ਵੀ ਆਹ ਚੀਜ਼ ਦੇ ਵਿੱਚ ਸਾਨੂੰ ਇੱਥੇ ਆਹ ਡਾਊਟ ਆ, ਅਤੇ ਉਹ ਤੁਹਾਡਾ ਡਾਊਟ ਕਲੀਅਰ ਕੀਤਾ ਜਾਊਗਾ। ਤਾਂ ਸਾਡੇ ਟੈਲੀਗ੍ਰਾਮ ਚੈਨਲ 'ਤੇ ਵੀ ਜੁੜ ਸਕਦੇ ਹੋ ਤੁਸੀਂ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰਵਾਇਆ ਜਾਊਗਾ। ਉੱਥੇ ਵੀ ਡੇਲੀ ਕਰੰਟ ਅਫੇਅਰ ਜਾਂ ਫਿਰ ਹੋਰ MCQ ਇੰਪੋਰਟੈਂਟ ਹੁੰਦੇ ਆ ਜਿਹੜੇ, ਤਾਂ ਉਹ ਉੱਥੇ ਸ਼ੇਅਰ ਕੀਤੇ ਜਾਂਦੇ ਆ, ਤੁਸੀਂ ਉਹਦੇ ਨੂੰ ਵੀ ਜੁਆਇਨ ਕਰ ਲਿਓ। ਔਰ ਸਾਡੇ ਇੰਸਟਾਗ੍ਰਾਮ ਚੈਨਲ ਨੂੰ ਵੀ ਫੋਲੋ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ।